प्यारे बच्चों, अज आप कर रहे हैं बेटा पाठ 10वां क्लास 7वीं शेरनियां लैसन। यह कुलवंत सिंह विरक की लिखी हुई कहानी है बेटा। होर बच्चे ते सौ गए सन, पर सब तो छोटा अजे जागदा सी। दिने चोखा चिर सुत्ता रिहा होण करके मेरी पत्नी उसदे नाल लम्मी पै के उसनूं सौण दा चारा कर रही सी। साडी सलाह सी कि सौण तो पहलां कुछ चिर सैर कर आईए, पर काके दे सौण तक किस तरह जा सकदा सां, नाले उसनूं चुकना भी औखा सी। इस लई मैं पहला इकल्ले ही जाण दा फैसला कीता। मेरी पत्नी मगरों आके मेरे नाल रल सकदी सी। चंगा मैं चलना वा, मैं मंजी तो उठदे होए कहा। जदों सौ गया तू वड्डी पार्क विच आ जावीं, मैं उत्थे ही होवांगा। बस मैं हुणे उसनूं सवा के आ जानी हाँ। गल्लां करदियां कोल नहीं सौंदा, जरा कू आप झूठी मुट्ठी दियां अखां मीटीए तां झट सौ जांदा है। मेरी पत्नी ने मैनू ते अपने आप नूं तसल्ली दित्ती। मैं इकल्ला बाहर तुर पिया। मॉडल टाउन दी इस सड़क दे दोहीं पासी मकानां विच बत्तियां अजे जाग रहीआं सन। लोकी सुत्ते ते नहीं सन, पर सौण वाले जापदे सन। पार्क बहुत वड्डी सी। हेठां साफ सुथरी जमीन ते घाह उगाया होया सी ते आले दुआले तार लगी हुई सी। लंघण लई विच विच किते किते खप्पे छड्डे होए सन कि इस पासे सड़क नहीं लंघदी सी, जिस ते जग रहीआं बत्तियां पार्क विच चानण सुटदियां सन। इस तरह पार्क विच इन्ना कू चानण सी जिन्ना 8 कू दिनां दे चंद दा हुंदा है। ते सड़क ते कंढे उतले दरख्तां दे लम्मे लम्मे परछावें पार्क विच डिगदे सन ते कई थावां ते हनेरा कर रहे सन। पार्क दुआले दी तार विचले राहां दा मैनू पता सी, पर इसे वेले राहों लंघण दी थां मेरा तार टप के जाण नूं जी कीता। तार लंघ के एक सिरों मैं दूजे सिरे नूं तुर पिया। पार्क विच इस वेले मेरे बिना होर कोई नहीं सी। दूजे सिरे ਅੱਪੜ के जद मैं पछां नूं मुड़िया तां अगले सिरे कोल एक दरख्त ते परछावें हेठ कुछ होर आदमी आ खलोते जापदे सन। कुछ नेड़े आके मैनू दिसिया कि ओह दो सन। उन्हां कोल साइकल भी सन। है ਇਹ ਤੇ ਕੁੜੀਆਂ ਹਨ। ਦੁਪੱਟੇ ਹੇਠਾਂ ਲੰਘ ਰਹੇ ਸਨ। ਇਹ ਇਸ ਵੇਲੇ ਸਾਈਕਲ ਲੈ ਕੇ ਖੜੀਆਂ ਇੱਥੇ ਕੀ ਕਰ ਰਹੀਆਂ ਨੇ? ਕਿਧਰੇ ਜਾਣਾ ਹੋਣਾ। ਪਰ ਇਸ ਵੇਲੇ ਜਦੋਂ ਮਾਡਲ ਟਾਊਨ ਦੇ ਸ਼ੌਕੀਨ ਤੇ ਬਹੁਤ ਦੇਰ ਤੱਕ ਜਾਗਣ ਵਾਲੇ ਲੋਕ ਵੀ ਸੌਣ ਨੂੰ ਫਿਰਦੇ ਨੇ, ਇਹਨਾਂ ਇਹ ਕਿੱਥੇ ਜਾਣਾ? ਹੁਣ ਫਿਰ ਮੈਂ ਪਾਰਕ ਦੇ ਦੂਜੇ ਪਾਸੇ ਜਾ ਰਿਹਾ ਸਾਂ, ਕੁੜੀਆਂ ਤੋਂ ਦੂਰ ਵਾਲੇ ਪਾਸੇ। ਥੋੜ੍ਹੀ ਜਿਹੀ ਧੌਣ ਭੁਮਾ ਕੇ ਮੈਂ ਪਿਛਾਂਹ ਦੇਖਿਆ, ਕੁੜੀਆਂ ਉੱਥੇ ਹੀ ਖਲੋਤੀਆਂ ਸਨ। ਕੁਝ ਪੈਰ ਅੱਗੇ ਜਾ ਕੇ ਮੈਂ ਫਿਰ ਵੇਖਿਆ, ਕੁੜੀਆਂ ਅਜੇ ਵੀ ਉੱਥੇ ਹੀ ਖੜੀਆਂ ਸਨ। ਜਦੋਂ ਮੈਂ ਸਿਰੇ ਤੇ ਅੱਪੜ ਕੇ ਪਿਛਾਂਹ ਮੁੜਿਆ ਤਾਂ ਵੀ ਕੁੜੀਆਂ ਉੱਥੇ ਹੀ ਖੜੋਤੀਆਂ ਸਨ। ਵੇਖਣ ਨੂੰ ਤਾਂ ਅਸੀਂ ਦੋਵੇਂ ਧਿਰਾਂ ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਾਂ,
ਮੈਂ ਸ਼ਹਿਰ ਵਿੱਚ ਤੇ ਉਹ ਉਡੀਕ ਵਿੱਚ। ਪਰ ਮੇਰੀ ਸ਼ਹਿਰ ਦਾ ਭਾਵ ਉਹਨਾਂ ਦੀ ਉਡੀਕ ਦਾ ਅੰਤ ਵੇਖਣਾ ਸੀ ਅਤੇ ਉਹ ਸ਼ਾਇਦ ਮੇਰੀ ਸ਼ਹਿਰ ਦਾ ਅੰਤ ਉਡੀਕ ਰਹੀਆਂ ਸਨ। ਅਜੀਬ ਨਾਟਕ ਹੋ ਰਿਹਾ ਸੀ। ਹੁਣ ਮੈਂ ਦੂਜੀ ਵਾਰ ਉਹਨਾਂ ਵੱਲ ਨੂੰ ਟੁਰਿਆ ਆ ਰਿਹਾ ਸਾਂ। ਕੁਝ ਨੇੜੇ ਆ ਕੇ ਮੈਨੂੰ ਪਤਾ ਲੱਗਾ ਕਿ ਉਹ ਗੱਲਾਂ ਕਰ ਰਹੀਆਂ ਨੇ। ਜਦੋਂ ਮੈਂ ਹੋਰ ਨੇੜੇ ਆਇਆ ਤਾਂ ਉਹ ਗੱਲਾਂ ਕਰਨੋਂ ਵੀ ਹਟ ਗਈਆਂ। ਥੋੜ੍ਹੀ ਦੂਰ ਜਾ ਕੇ ਜਦ ਪੱਕੀ ਸੜਕ ਦਾ ਮੋੜ ਮੁੜਿਆ, ਅੱਗੋਂ ਮੇਰੀ ਪਤਨੀ ਆ ਰਹੀ ਸੀ। ਕਾਕੇ ਨੇ ਬੜਾ ਚਿਰ ਲਾ ਦਿੱਤਾ ਸੌਂਦਿਆਂ, ਇਸ ਲਈ ਮੈਨੂੰ ਦੇਰ ਲੱਗੀ। ਆਓ ਇੱਕ ਚੱਕਰ ਹੋਰ ਲਾ ਲਈਏ ਪਾਰਕ ਦਾ, ਉਸਨੇ ਮੰਗ ਕੀਤੀ। ਅਸੀਂ ਫਿਰ ਪਿਛਾਂਹ ਤੁਰ ਪਏ। ਜਦੋਂ ਅਸੀਂ ਉਹ ਮੋੜ ਮੁੜੇ ਤਾਂ ਪਾਰਕ ਵਿੱਚ 2 ਸਾਈਕਲ ਪਰਾਂ ਨੂੰ ਜਾ ਰਹੀਆਂ ਸਨ। ਉਡੀਕ ਕੇ ਉਹ ਕੁੜੀਆਂ ਆਪੇ ਹੀ ਟੁਰ ਚੱਲੀਆਂ ਨੇ। ਮੈਂ ਸੋਚਿਆ, ਅਜੇ ਅਸੀਂ ਬਾਹਰ ਸੜਕ 'ਤੇ ਹੀ ਸਾਂ ਕਿ ਉਹ ਸਾਈਕਲ ਪਿਛਾਂਹ ਨੂੰ ਘੁੰਮ ਗਏ। ਪਾਰਕ ਦੇ ਇਸ ਸਿਰੇ ਦੇ ਨੇੜੇ ਆ ਕੇ ਉਹ ਦੋਵੇਂ ਸਾਈਕਲ ਫਿਰ ਮੁੜ ਗਏ। ਇਹ ਕੁੜੀਆਂ ਤੇ ਖਬਰੇ ਸਾਈਕਲ ਚਲਾਉਣ ਦੀ ਜਾਂਚ ਸਿੱਖ ਰਹੀਆਂ ਸਨ। ਮੇਰੀ ਪਤਨੀ ਵੀ ਮੇਰੇ ਵਾਂਗ ਸਾਈਕਲਾਂ ਵੱਲ ਵੇਖ ਰਹੀ ਸੀ। ਕਹਿਣ ਲੱਗੀ, ਪਤਾ ਨਹੀਂ ਇਹ ਕਿਹੜੀਆਂ ਨੇ ਸਾਈਕਲ ਸਿੱਖਦੀਆਂ। ਮਾਡਲ ਟਾਊਨ ਦੀਆਂ ਢੇਰ ਸਾਰੀਆਂ ਕੁੜੀਆਂ ਨੂੰ ਉਹ ਜਾਣਦੀ ਸੀ। ਜਦੋਂ ਅਸੀਂ ਪਾਰਕ ਵਿੱਚ ਵੜੇ ਤਾਂ ਕੁੜੀਆਂ ਸਾਈਕਲਾਂ ਤੋਂ ਉਤਰ ਗਈਆਂ ਤੇ ਪਹਿਲਾਂ ਵਾਂਗ ਉਸੇ ਦਰੱਖਤ ਦੀ ਛਾਵੇਂ ਖਲੋ ਗਈਆਂ। ਮੇਰੀ ਪਤਨੀ ਉਹਨਾਂ ਕੁੜੀਆਂ ਨੂੰ ਪਛਾਣਨਾ ਚਾਹੁੰਦੀ ਸੀ। ਅਸੀਂ ਟਹਿਲਦੇ ਉਸਦੇ ਨੇੜੇ ਹੁੰਦੇ ਗਏ। ਜਨਾਨੀ ਨਾਲ ਹੋਣ ਕਰਕੇ ਮੈਨੂੰ ਉਹਨਾਂ ਦੇ ਨੇੜੇ ਜਾਂਦਿਆਂ ਕੋਈ ਡਰ ਨਹੀਂ ਸੀ। ਤੁਸੀਂ ਉੱਤਰ ਕਿਉਂ ਗਈਆਂ ਹੋ? ਇਹ ਤਾਂ ਸਰੋਜ ਤੇ ਵੀਨਾ ਨੇ। ਉਸਨੇ ਉਹਨਾਂ ਵੱਲ ਹੱਥ ਕਰਕੇ ਮੈਨੂੰ ਦੱਸਿਆ ਤੇ ਫਿਰ ਉਹਨਾਂ ਨੂੰ ਕਿਹਾ, ਚਲਾਓ ਜਰਾ ਅਸੀਂ ਵੀ ਵੇਖੀਏ। ਥੱਕ ਗਈਆਂ ਵਾਂ, ਜਰਾ ਸਾਹ ਲੈ ਕੇ ਚਲਾਵਾਂਗੀਆਂ। ਜਿਹੜੀ ਉਹਨਾਂ ਵਿੱਚੋਂ ਸਰੋਜ ਸੀ, ਉਸਨੇ ਬਹਾਨਾ ਬਣਾਇਆ। ਇਹ ਆਪਣੇ ਆਪ ਨੂੰ ਮੇਰੀ ਪਤਨੀ ਦੇ ਬਹੁਤਾ ਨੇੜੇ ਸਮਝਦੀ ਜਾਪਦੀ ਸੀ। ਕਦੋਂ ਕੁ ਦੀਆਂ ਚਲਾਉਂਦੀਆਂ ਪਈਆਂ? ਮੇਰੀ ਪਤਨੀ ਨੇ ਉਸਦੇ ਥੱਕ ਜਾਣ 'ਤੇ ਪੁੱਛਿਆ। ਨਹੀਂ ਭੈਣ ਜੀ, ਅਜੇ ਤਾਂ ਅਸਾਂ 2-3 ਚੱਕਰ ਹੀ ਲਾਏ ਨੇ, ਉਂਝ ਸਾਨੂੰ ਸੰਗ ਆਉਂਦੀ ਏ, ਬੀਨਾ ਨੇ ਕਿਹਾ। ਸ਼ਾਇਦ ਉਸਨੇ ਬੁੱਝ ਲਿਆ ਕਿ ਮੈਂ ਹੀ ਉੱਥੋਂ ਸੈਰ ਕਰਦਾ ਗਿਆ ਸਾਂ, ਇਸ ਲਈ ਠੀਕ ਠਾਕ ਦੱਸ ਦਿੱਤਾ। ਸੰਗ ਕਰਕੇ ਹੀ ਇਸ ਵੇਲੇ ਆਉਂਦੀਆਂ। ਹੋਰ ਕੀ ਕਰੀਏ, ਪਾਰਕ ਪਹਿਲੇ ਹੀ ਇਸ ਵੇਲੇ ਹੁੰਦੀ ਏ। ਤਿੱਖੇ ਜਵਾਬ ਦੇਣ ਲਈ ਗੱਲ ਫਿਰ ਸਰੋਜ ਨੇ ਫੜ ਲਈ ਸੀ। ਤੇ ਐਨਾ ਤੁਹਾਨੂੰ ਕੀ ਚਾਅ ਚੜਿਆ ਏ ਸਾਈਕਲਾਂ ਦਾ? ਅੱਧੀ ਰਾਤੀ ਲੁਕ ਕੇ ਸਿੱਖਦੀਆਂ ਫਿਰਦੀਆਂ। ਚਾਅ ਕਾਹਦਾ ਏ, ਬਸ ਲੋੜ ਕੀ, ਹੁਣ ਸਾਈਕਲਾਂ 'ਤੇ ਪੜ੍ਹਾਉਣ ਜਾਇਆ ਕਰੂੰਗੀਆਂ। ਹਾਂ ਵੇਖੋ ਨਾ ਭੈਣ ਜੀ, ਵੀਨਾ ਫਿਰ ਸਮਝਾਉਣ ਲੱਗੀ। ਪਹਿਲਾਂ ਘਰੋਂ ਟੁਰ ਕੇ ਅੱਡੇ ਜਾਓ, ਫਿਰ ਬੱਸ ਤੋਂ ਉਤਰ ਕੇ ਟੁਰ ਕੇ ਪਿੰਡ ਉੱਪੜੋ। ਸੜਕ ਤੋਂ ਮੀਲ ਦੂਰ ਪਿੰਡ ਨੇ, ਇਹ ਜਿੱਥੇ ਅਸੀਂ ਪੜ੍ਹਾਉਂਦੀਆਂ ਵਾਂ। ਇਹਨਾਂ 'ਤੇ ਕੋਈ 2 ਪੈਰ ਘੱਟ ਹੋਵੇਗਾ, ਪਰ ਮੇਰਾ ਤੇ ਪੂਰਾ ਮੀਲ ਏ। ਸਾਡਾ ਪੈਂਡਾ ਰਸਤਾ, ਜਾਣੀ ਕਿ ਉਜਾੜ ਵੀਆਵਾਨ ਕੋਈ ਵੀ ਨਹੀਂ ਹੁੰਦਾ ਉੱਥੇ। ਤੇ ਜਦ ਦੱਸੋ ਭੈਣ,
ਜੀ ਕਿ ਭਲਾ ਸਾਡਾ ਉੱਥੇ ਕੌਣ ਏ, ਸੱਚੀ ਇੰਨਾ ਡਰ ਆਉਂਦਾ ਏ, ਪਤਾ ਨਹੀਂ ਪਿੰਡ ਅੱਪੜ ਕਿਵੇਂ ਜਾਨੀਆਂ ਵਾ। ਹਾਂ ਡਰ ਤਾਂ ਬਹੁਤ ਹੀ ਆਉਂਦਾ ਏ। ਮੇਰੀ ਪਤਨੀ ਨੇ ਪਿੰਡ ਦੀਆਂ ਜੂਹਾਂ ਵਿੱਚ ਜਵਾਨ ਕੁੜੀਆਂ ਇਕੱਲੀਆਂ ਫਿਰਦੀਆਂ ਦਾ ਨਕਸ਼ਾ ਅੱਖਾਂ ਅੱਗੇ ਲਿਆ ਕੇ ਕਿਹਾ, ਭੈਣ ਜੀ ਡੰਡੀ ਦੇ ਨਾਲ ਕਦੀ ਕਪਾਹ, ਕਦੀ ਮਕਈ, ਕਦੀ ਕਮਾਦ ਅਤੇ ਕਦੀ ਬਾਜਰਾ, ਜਿੰਨਾ ਚਿਰ ਪਹਿਲੀ ਮੁੱਕ ਨਾ ਜਾਏ ਉਤਨਾ ਸਾਂ ਉਤਾਂ ਤੇ ਹੇਠਾਂ ਹੀ ਰਹਿੰਦਾ ਏ। ਹੁਣ ਕਈ ਕੁੜੀਆਂ ਨੇ ਸਾਈਕਲ ਲੈ ਲਏ ਹਨ, ਆਂਦੀਆਂ ਨੇ ਸਾਈਕਲ 'ਤੇ ਡਰ ਘੱਟ ਆਉਂਦਾ ਏ, ਨਾਲੇ ਟੁਰਨ ਤੋਂ ਬਚ ਜਾਈਦਾ ਏ। ਬਸ ਸਾਈਕਲ ਚਲਾਉਂਦੇ ਚਲਾਉਂਦੇ ਝੱਟ ਬੰਦੇ ਕੋਲੋਂ ਲੰਘ ਜਾਓ। ਭਾਈ ਬੜਾ ਔਖਾ ਕੰਮ ਏ ਸਾਈਕਲ ਨਾਲ ਵੀ। ਤੁਸੀਂ ਤੇ ਸ਼ੇਰਨੀਆਂ ਹੋ, ਖੌਰੇ ਕਿੱਡਾ ਕੁ ਦਿਲ ਏ ਤੁਹਾਡਾ, ਲਿਆ ਖਾਂ ਭਲਾ ਵੇਖਾਂ। ਤੇ ਦਿਲ ਵੇਖਣ ਦੇ ਬਹਾਨੇ ਮੇਰੀ ਵਹੁਟੀ ਨੇ ਸਰੋਜ ਨੂੰ ਉਸਦੀ ਬਹਾਦਰੀ ਦੀ ਸਲਾਘਾ ਵਿੱਚ ਆਪਣੀ ਜੱਫੀ ਵਿੱਚ ਘੁੱਟ ਲਿਆ। ਸਲਾਘਾ ਦੇ ਨਾਲ ਇਹ ਵਿਦਾਇਗੀ ਵੀ ਸੀ। ਜਦੋਂ ਉਹਨਾਂ ਤੋਂ ਵੱਖ ਹੋ ਕੇ ਅਸੀਂ ਸੜਕ 'ਤੇ ਗਏ ਤਾਂ ਮੇਰੀ ਪਤਨੀ ਨੇ ਕਿਹਾ, ਇਹ ਦੋਵੇਂ ਮਾਸਟਰਨੀਆਂ ਨੇ। ਇੱਥੇ ਸ਼ਹਿਰ ਵਿੱਚ ਕਿਸੇ ਸਕੂਲੇ ਜਗ੍ਹਾ ਨਹੀਂ ਮਿਲੀ, ਪਿੰਡਾਂ ਵਿੱਚ ਨੌਕਰੀਆਂ ਮਿਲ ਜਾਂਦੀਆਂ ਨੇ, ਹੁਣ ਇਹ ਉੱਥੇ ਪੜ੍ਹਾਉਣ ਜਾਂਦੀਆਂ ਨੇ। ਬੜੀਆਂ ਬਹਾਦਰ ਨੇ ਇਹ ਕੁੜੀਆਂ। ਮੈਨੂੰ ਤੇ ਸ਼ਹਿਰੋਂ ਬਾਹਰ ਪੱਕੀ ਸੜਕ 'ਤੇ ਵੀ ਡਰ ਲੱਗੇ। ਉਸਨੇ ਫਿਰ ਸ਼ਲਾਘਾ ਕੀਤੀ। ਉਸਦੀ ਸ਼ਲਾਘਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ। ਆਪਣੇ ਆਪ ਨੂੰ ਹੌਲਾ ਕਰਨ ਲਈ ਮੈਂ ਕਿਹਾ, ਅੱਗੇ ਜਦੋਂ ਮੈਂ ਆਇਆ ਤਾਂ ਇਹ ਇਸੇ ਤਰ੍ਹਾਂ ਦਰਖਤ ਹੇਠਾਂ ਲੁਕ ਕੇ ਖਲੋਤੀਆਂ ਸਨ। ਮੈਂ ਤਾਂ ਕੁਝ ਹੋਰ ਹੀ ਸਮਝਿਆ। ਚੰਗਾ ਹੋਇਆ ਅਸੀਂ ਫਿਰ ਆ ਗਏ। ਕੰਮ ਕਰਨ ਵਾਲੀਆਂ ਕੁੜੀਆਂ 'ਤੇ ਬੜੀਆਂ ਤੁਹਮਤਾਂ ਲੱਗਦੀਆਂ ਨੇ। ਮੇਰੀ ਪਤਨੀ ਨੇ ਖਿਝ ਕੇ ਕਿਹਾ, ਹਰ ਇੱਕ ਨੂੰ ਭੁਲੇਖਾ ਪੈ ਜਾਂਦਾ ਹੈ। ਮੈਂ ਤੁਹਾਨੂੰ ਇੱਕ ਬੜੀ ਸੁਆਦਲੀ ਗੱਲ ਦੱਸਣੀ ਆ। ਇੱਕ ਵਾਰੀ ਮੈਂ ਤੇ ਮੇਰੀ ਭੈਣ ਫਿਰੋਜ਼ਪੁਰ ਆਪਣੇ ਘਰ ਅੱਗੇ ਸਵੇਰੇ ਕੁਸਮੁਸੇ ਜਿਹੇ ਵਿੱਚ ਫਿਰ ਰਹੀਆਂ ਸੀ। ਸਾਹਮਣਿਓਂ ਕਾਲੀ ਕਾਲੀ ਟੁਰਦੀ ਇੱਕ ਕੁੜੀ ਆਈ। ਕਦੀ ਉਹ ਦੋ ਕੁ ਪੈਰ ਭੱਜ ਵੀ ਲੈਂਦੀ ਤੇ ਫਿਰ ਕਾਲੀ ਕਾਲੀ ਟੁਰਨ ਲੱਗ ਪੈਂਦੀ। ਜਦੋਂ ਸਾਡੇ ਨੇੜੇ ਆਈ ਤਾਂ ਮੂੰਹ ਦਿਸਿਆ ਤਾਂ ਘਬਰਾਈ ਹੋਈ ਡਾਢੀ ਜਾਪੀ। ਅਸੀਂ ਬੜੀਆਂ ਹੈਰਾਨ ਹੋਈਆਂ। ਸੈਰ ਕਰਨ ਵਾਲੀਆਂ ਕੁੜੀਆਂ ਤੇ ਇਸ ਤਰ੍ਹਾਂ ਨਹੀਂ ਭੱਜਦੀਆਂ, ਨਾ ਹੀ ਉਹ ਇੱਧਰ ਉੱਧਰ ਸਟੇਸ਼ਨ ਜਾਂ ਮੋਟਰਾਂ ਦਾ ਕੋਈ ਅੱਡਾ ਸੀ। ਭਲਾ ਕਿੱਥੇ ਜਾਂਦੀ ਹੈ, ਇਹ ਜਾਣਨ ਲਈ ਅਸੀਂ ਵੀ ਉਸਦੇ ਪਿੱਛੇ ਟੁਰ ਪਈਆਂ। ਅੱਗੇ ਅੱਗੇ ਤੇ ਅਸੀਂ ਮਗਰ। ਉਹ ਟੈਲੀਫੋਨ ਐਕਸਚੇਂਜ ਨੂੰ ਮੁੜ ਪਈ। ਅਸੀਂ ਸਮਝ ਲਿਆ ਕਿ ਟੈਲੀਫੋਨ ਆਪਰੇਟਰ ਸੀ ਤੇ ਉਸ ਨੂੰ ਕੇਵਲ ਡਿਊਟੀ 'ਤੇ ਦੇਰ ਹੋ ਗਈ ਸੀ। ਅਸੀਂ ਸੜਕ 'ਤੇ ਖੜ੍ਹੀਆਂ ਉਸ ਵੱਲ ਵੇਖਦੀਆਂ ਰਹੀਆਂ। ਅੰਦਰ ਜਾ ਕੇ ਉਹ ਆਪਣੀ ਕੁਰਸੀ ਉੱਤੇ ਬੈਠ ਗਈ ਤੇ ਅਸੀਂ ਸ਼ਰਮਿੰਦੀਆਂ ਹੁੰਦੀਆਂ ਪਿਛਾਂਹ ਮੁੜ ਆਈਆਂ। ਧੰਨਵਾਦ। ਇਹ ਬੇਟਾ ਕੁਐਸਚਨ ਆਨਸਰ ਨੇ ਜਿਹੜੇ ਉਹਨਾਂ ਦੇ ਮੈਂ PDF ਭੇਜਾਂਗੀ ਤੁਹਾਨੂੰ। ਇਹ ਸਾਰੇ ਤੁਸੀਂ ਨੇ ਆਪਣੀ ਨੋਟਬੁੱਕ 'ਤੇ ਕਰ ਲੈਣੇ ਨੇ ਅਤੇ ਕਹਾਣੀ ਚੰਗੀ ਤਰ੍ਹਾਂ ਪੜ੍ਹਨੀ ਹੈ। ਥੈਂਕ ਯੂ।